ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਰਿਹਾਈ ਨੂੰ ਲੈ ਕੇ ਉਹਨਾਂ ਸਮੇਤ 5 ਜਣਿਆਂ ਨੇ ਇੰਡੀਅਨ 에ਅਰਲਾਈਨਸ ਦਾ ਜਹਾਜ਼ ਅਗਵਾ ਕੀਤਾ ਸੀ ਤੇ ਲਾਹੌਰ ਲੈ ਗਏ ਸੀ। ਗਜਿੰਦਰ ਸਿੰਘ ਦੀ ਤਸਵੀਰ ਵਾਇਰਲ ਹੋਣੀ ਲੱਗਦਾ ਕੋਈ ਡਿਜ਼ਾਈਨ ਆ ਕਿ ਜਾਂ ਸੁਭਾਵਿਕ ਤਸਵੀਰ ਵਾਇਰਲ ਹੋ ਗਈ। ਮੈਨੂੰ ਵੀ ਬੜੀ ਹੈਰਾਨੀ ਹੋਈ ਜਦੋਂ ਮੇਰੇ ਕੋਲੇ ਉਹ ਸਨੈਪਸ਼ਾਟ ਪਹੁੰਚੇ। ਮੈਂ ਕਿਹਾ ਵੀ ਸਡਨਲੀ ਪਾਕਿਸਤਾਨ ਇਹ ਡਿਨਾਈ ਕਰਦਾ ਆ ਰਿਹਾ ਸੀ ਤੇ ਇਹ ਕਿਵੇਂ ਅਪੀਅਰ ਹੋ ਗਏ। ਵਾਰ ਸੀ ਕਿ ਇਹਨਾਂ ਨੇ ਬਾਹਰ ਖੜੋ ਕੇ ਫਰੰਟ ਤੋਂ ਆਪਣੀ ਫੋਟੋ ਖਿੱਚੀ ਹੋਈ ਪੰਜਾ ਸਾਹਿਬ ਦੇ ਬਾਹਰ। ਗੁਰਦੁਆਰਾ ਪੰਜਾ ਸਾਹਿਬ ਮਤਲਬ ਬਹੁਤ ਵੈਲ ਨੋਨ ਜਗ੍ਹਾ ਹੈ ਜਿਹੜੀ ਫੋਟੋ ਨੇ ਪਛਾਣੀ ਜਾਂਦੀ। ਪਾਕਿਸਤਾਨ ਸਰਕਾਰ ਕਿਵੇਂ ਰਿਐਕਟ ਕਰੇਗੀ ਜਾਂ ਹਿੰਦੁਸਤਾਨ ਸਰਕਾਰ ਕਿਵੇਂ ਰਿਐਕਟ ਕਰ ਰਹੀ ਹੈ ਹਾਲੇ ਆਉਣ ਵਾਲੇ ਦਿਨਾਂ 'ਚ ਪਤਾ ਲੱਗੇ। ਇੰਟਰਨੈਸ਼ਨਲ ਲਾ ਇਹ ਕਹਿੰਦਾ ਹੈ ਕਿ ਇੱਕ ਜਿਹੜਾ ਕ੍ਰਾਈਮ ਹੈ ਉਹਦੀ ਸਜ਼ਾ ਇੱਕ ਵਾਰ ਹੀ ਹੋ ਸਕਦੀ ਹੈ, ਕਿਸੇ ਮੁਲਕ ਦੇ ਵਿੱਚ ਵੀ ਹੋ ਸਕਦੀ। ਪਾਕਿਸਤਾਨ ਗੌਰਮੈਂਟ ਨੇ ਮੁਕੱਦਮਾ ਚਲਾਇਆ ਇਹਨਾਂ ਉਸ ਵੇਲੇ ਹਾਈਜੈਕਿੰਗ ਦੀ ਸਜ਼ਾ ਪਾਕਿਸਤਾਨ ਵਿੱਚ ਫਾਂਸੀ ਸੀ। ਸਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਰਿਹਾ ਹੋਏ ਤੇ ਇਹ ਜਰਮਨੀ ਉੱਥੋਂ ਗਏ। ਜਰਮਨੀ ਨੇ ਇਹਨਾਂ ਨੂੰ ਡਿਪੋਰਟ ਕਰ ਜਦੋਂ ਪਾਰਲੀਮੈਂਟ ਅਟੈਕ ਹੋਇਆ ਉਸ ਤੋਂ ਬਾਅਦ ਜਨਵਰੀ 2002 ਦੇ ਵਿੱਚ ਜਿਹੜੀ ਲਿਸਟ ਗਈ ਉਹਦੇ ਵਿੱਚ ਗਜਿੰਦਰ ਸਿੰਘ ਦਾ ਨਾਮ ਸੀ। ਬਾਅਦ ਦਲ ਖਾਲਸਾ ਨੇ ਚਿੱਠੀ ਲਿਖੀ ਗੌਰਮੈਂਟ ਆਫ ਇੰਡੀਆ ਨੂੰ ਕਿ ਜਿਹੜਾ ਉਹਦੇ ਖਿਲਾਫ ਕੇਸ ਸੀ ਉਹ ਤਾਂ ਸਜ਼ਾ ਭੁਗਤ ਚੁੱਕਿਆ, ਹੁਣ ਇਹਦੇ ਖਿਲਾਫ ਕੇਸ ਕੋਈ ਨਹੀਂ। ਜੇ ਤੁਹਾਡੇ ਕੋਲ ਕੇਸ ਕੋਈ ਹੈ ਤਾਂ ਦੱਸਿਆ ਜਾਵੇ ਤੇ ਜਾਂ ਇਹਨੂੰ ਉਸ ਲਿਸਟ ਵਿੱਚੋਂ ਕੱਢਿਆ ਜਾਵੇ। ਉਹਨਾਂ ਨੂੰ ਜਵਾਬ ਤਾਂ ਕੋਈ ਨਹੀਂ ਆਇਆ ਤੇ ਜਿਹੜੀਆਂ ਲਿਸਟਾਂ ਬਾਅਦ ਦੇ ਵਿੱਚ ਆਈਆਂ ਅਲਟੀਮੇਟਲੀ ਉਹਦੇ ਵਿੱਚੋਂ ਇਹਦਾ ਨਾਮ ਡਰਾਪ ਹੋ ਗਿਆ। ਇਸ਼ੂ ਹੁਣ ਇਹ ਨਹੀਂ ਹੈ ਕਿ ਗਜਿੰਦਰ ਸਿੰਘ ਦੇ ਖਿਲਾਫ ਕੇਸ ਹੈ ਜਾਂ ਨਹੀਂ। ਜਿਸ ਇਨਸਾਨ ਦੀ ਪਾਕਿਸਤਾਨ ਵਿੱਚ ਐਗਜ਼ਿਸਟੈਂਸ ਪਾਕਿਸਤਾਨ ਡਿਨਾਈ ਕਰ ਰਿਹਾ ਸੀਗਾ ਉਹ ਬੰਦਾ ਹੁਣ ਸਰਫੇਸ ਹੋ ਗਿਆ ਔਰ ਉਸੇ ਮੁਲਕ ਦੇ ਵਿੱਚ ਹੀ ਹੋਇਆ। ਕਿਸੇ ਮੁਲਕ ਦੇ ਵਿੱਚ ਵੀ ਅਸਾਈਲਮ ਲੈਣਾ ਟਾਈਮ ਲੱਗਦਾ। ਪੰਜਾਬ ਦੇ ਬਹੁਤ ਮੁੰਡੇ ਇੱਕ ਫੇਕ ਸਰਟੀਫਿਕੇਟ ਲੈ ਕੇ ਬਾਹਰ ਅਸਾਈਲਮ ਲਿਆ ਉਹਨਾਂ ਨੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਸਰਟੀਫਿਕੇਟ ਕਿੱਥੋਂ ਇਸ਼ੂ ਹੁੰਦੇ ਸੀਗੇ ਤੇ ਕਿਵੇਂ। ਆਪਣੀ ਵਾਈਫ ਦੀ ਡੈਥ 'ਤੇ ਵੀ ਇਹ ਉੱਥੇ ਨਹੀਂ ਜਾ ਸਕਦਾ, ਨਾ ਵਾਈਫ ਦੇ ਡੈਥ 'ਤੇ ਨਾ ਬੇਟੀ ਦੇ ਵਿਆਹ 'ਤੇ। ਹੁਣ ਅਗਰ ਸਿੰਘ ਨੂੰ ਵਾਪਸ ਭੇਜਣਾ ਸਰਕਾਰ ਦਾ ਹੁਣ ਤੱਕ ਕੋਈ ਬਿਆਨ ਹੀ ਨਹੀਂ ਹੈ ਵੀ ਕਿਹੜੀ ਗੱਲੋਂ ਉਹਨੂੰ ਵਾਪਸ ਭੇਜਿਆ ਗਿਆ, ਡਿਪੋਰਟ ਕੀਤਾ ਗਿਆ। ਅਰਸ਼ਦੀਪ ਦਾ ਮਾਮਲਾ ਆਪਾਂ ਮੰਨ ਕੇ ਤੁਰਦੇ ਹਾਂ ਵੀ ਚਲੋ ਪਾਕਿਸਤਾਨ ਦੀਆਂ ਏਜੰਸੀਆਂ ਨੇ ਇਹ ਗੇਮ ਉੱਥੋਂ ਟ੍ਰਿਗਰ ਹੋਈ, ਲੇਕਿਨ ਉਹਨਾਂ ਦਾ ਸਾਥ ਕਿਹਨੇ ਦਿੱਤਾ। ਜਿਹੜੀ ਸਿਆਸਤ ਹਿੰਦੁਸਤਾਨ ਵਿੱਚ ਨਫ਼ਰਤ ਦੀ ਚੱਲ ਰਹੀ ਹੈ ਉਹਦੇ ਵਿੱਚ ਉਹ ਸਡਨਲੀ ਟ੍ਰੈਂਡਿੰਗ ਹੋ ਗਈ। ਅਰਸ਼ਦੀਪ ਦਾ ਤੁਸੀਂ ਨਾਂ ਲਿਆ, ਟਾਪ ਲੈਵਲ ਤੇ ਬੀਜੇਪੀ ਸਰਕਾਰ ਦੇ ਲੋਕ ਕਿਉਂ ਚੁੱਪ? ਜੇ ਦਰਬਾਰ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਦਾ ਮੈਮੋਰੀਅਲ ਬਣ ਗਿਆ ਉਹਨਾਂ ਦੇ ਸਾਥੀਆਂ ਦਾ, ਜਦੋਂ ਉਹਨਾਂ ਨੂੰ ਸ਼ਹੀਦ ਦਾ ਰੁਤਬਾ ਇਹ ਇੰਨਾ ਵੱਡਾ ਮਿਲ ਗਿਆ, ਇਹ ਇਸ ਤੋਂ ਵੱਡੀ ਆਨਰ ਕਿਸੇ ਸਿੱਖ ਵਾਸਤੇ ਕੋਈ ਨਹੀਂ ਕਿ ਦਰਬਾਰ ਸਾਹਿਬ ਦੇ ਵਿੱਚ ਉਹਦਾ ਮੈਮੋਰੀਅਲ। ਤੇ ਜੇ ਉਹਨਾਂ ਦਾ ਮੈਮੋਰੀਅਲ ਹੈ ਤੇ ਜਿਹੜੇ ਬਾਕੀ ਲੋਕ ਲੜ ਰਹੇ ਹੈ ਉਹਨਾਂ ਦਾ ਵੀ ਇਹ ਹੱਕ ਬਣਦਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਹੀ ਆਨਰ ਕੀਤਾ ਜਾਵੇ। ਜੋ ਖਿਤਾਬ ਹੈ ਅਕਾਲ ਤਖਤ ਵੱਲੋਂ ਇਹ ਉਸ ਕੰਟੈਕਸਟ ਦੇ ਵਿੱਚ ਉਹੀ ਸਟਰਗਲ ਹੈ, ਹਰ ਇੱਕ ਦਾ ਆਪਣਾ ਆਪਣਾ ਰੋਲ ਹੈ। ਪੰਜਾ ਸਾਹਿਬ ਤੋਂ ਇੱਕ ਤਸਵੀਰ ਵਾਇਰਲ ਹੋਈ ਹੈ ਗਜਿੰਦਰ ਸਿੰਘ ਦੀ, ਔਰ ਗਜਿੰਦਰ ਸਿੰਘ ਦੀ ਤਸਵੀਰ ਜਦੋਂ ਵਾਇਰਲ ਹੋਈ ਤੇ ਸਿੱਖ ਹਲਕਿਆਂ ਦੇ ਵਿੱਚ ਜਾਂ ਸਰਕਾਰੀ ਹਲਕਿਆਂ ਦੇ ਵਿੱਚ ਇੱਕ ਨਵੀਂ ਚਰਚਾ ਛਿੜ ਗਈ ਕਿ ਆਖਰ ਅਚਾਨਕ ਗਜਿੰਦਰ ਸਿੰਘ ਹੁਣਾਂ ਦੀ ਤਸਵੀਰ ਵਾਇਰਲ ਹੋਣੀ, ਔਰ ਨਾਲ ਦੀ ਨਾਲ ਕਿਉਂਕਿ ਇਸ ਮਸਲੇ ਨੂੰ ਲੈ ਕੇ ਇਹ ਵਿਵਾਦ ਉੱਠਦਾ ਰਿਹਾ ਕਿ ਗਜਿੰਦਰ ਸਿੰਘ ਵਾਕਈ ਪਾਕਿਸਤਾਨ 'ਚ ਰਹਿੰਦੇ ਰਹੇ, ਕਿਉਂਕਿ ਪਾਕਿਸਤਾਨ ਨੇ ਕਈ ਵਾਰਾਂ ਡਿਨਾਈ ਕੀਤਾ ਸੀ ਕਿ ਉਹ ਇੱਥੇ ਨਹੀਂ ਰਹਿੰਦੇ। ਤੇ ਗਜਿੰਦਰ ਸਿੰਘ ਉਹ ਨੇ ਜਿਨ੍ਹਾਂ ਨੇ 29 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਰਿਹਾਈ ਨੂੰ ਲੈ ਕੇ ਉਹਨਾਂ ਸਮੇਤ 5 ਜਣਿਆਂ ਨੇ ਇੰਡੀਅਨ 에ਅਰਲਾਈਨਸ ਦਾ ਜਹਾਜ਼ ਅਗਵਾ ਕੀਤਾ ਸੀ ਤੇ ਲਾਹੌਰ ਲੈ ਗਏ ਸੀ। ਤੇ ਹੁਣ ਤਸਵੀਰ ਬਾਹਰ ਨਿਕਲੀ ਆ, ਵਾਇਰਲ ਹੋਈ ਆ। ਮਾਇਨੇ ਸਮਝਾਂਗੇ ਸਾਡੇ ਨਾਲ ਸੀਨੀਅਰ ਪੱਤਰਕਾਰ ਤੇ ਲੇਖਕ ਜਗਤਾਰ ਸਿੰਘ ਹੋਣੀ। ਭਾਈ ਅਚਾਨਕ ਗਜਿੰਦਰ ਸਿੰਘ ਦੀ ਤਸਵੀਰ ਵਾਇਰਲ ਹੋਣੀ ਲੱਗਦਾ ਕੋਈ ਡਿਜ਼ਾਈਨ ਆ ਕਿ ਜਾਂ ਸੁਭਾਵਿਕ ਤਸਵੀਰ ਵਾਇਰਲ ਹੋ ਗਈ ਜੀ? ਮੈਨੂੰ ਵੀ ਬੜੀ ਹੈਰਾਨੀ ਹੋਈ ਜਦੋਂ ਮੇਰੇ ਕੋਲੇ ਉਹ ਸਨੈਪਸ਼ਾਟ ਪਹੁੰਚਿਆ ਜੀ ਤੇ ਕੋਸ਼ਿਸ਼ ਕੀਤੀ ਵੀ ਪਤਾ ਕਰੀਏ ਵੀ ਇਹਦੀ ਬੈਕਗਰਾਊਂਡ ਕੀ ਹੈ। ਜੀ ਜੀ ਗਜਿੰਦਰ ਸਿੰਘ ਹੋਰਾਂ ਨੂੰ ਮੈਂ ਸ਼ੁਰੂ ਤੋਂ ਹੀ ਜਾਣਦਾ ਕਿਉਂਕਿ ਉਹ ਵੀ ਚੰਡੀਗੜ੍ਹ ਸੀਗੇ ਤੇ ਮੈਂ ਵੀ ਚੰਡੀਗੜ੍ਹ ਸੀ ਜੀ। ਤੇ ਜਿਹੜਾ ਬੰਦਾ ਜਰਨਲਿਜ਼ਮ ਉਸ ਪੀਰੀਅਡ ਦੇ ਵਿੱਚ ਜਿਹੜਾ ਵੀ ਕਰ ਰਿਹਾ ਸੀ ਆਲਮੋਸਟ ਸਾਰੇ ਹੀ ਮਿਲਦੇ ਰਹਿੰਦੇ ਸੀਗੇ ਜੀ। ਤਾਂ ਮੈਨੂੰ ਬੜੀ ਅਜੀਬ ਜਿਹੀ ਗੱਲ ਲੱਗੀ। ਮੈਂ ਕਿਹਾ ਵੀ ਸਡਨਲੀ ਪਾਕਿਸਤਾਨ ਇਹ ਡਿਨਾਈ ਕਰਦਾ ਆ ਰਿਹਾ ਸੀ ਤੇ ਇਹ ਕਿਵੇਂ ਅਪੀਅਰ ਹੋ ਗਏ ਜੀ। ਇਹਨਾਂ ਦਾ ਫੇਸਬੁੱਕ ਅਕਾਊਂਟ ਕਈ ਵਾਰੀ ਹਿੰਦੁਸਤਾਨ ਦੀ ਸਰਕਾਰ ਨੇ ਬਲੌਕ ਕਰਵਾਇਆ ਸੀ, ਲੇਕਿਨ ਉਸ ਅਕਾਊਂਟ ਤੋਂ ਕਦੇ ਇਹ ਨਹੀਂ ਸੀ ਸ਼ੋ ਹੁੰਦਾ ਕਿ ਇਹ ਪਾਕਿਸਤਾਨ ਵਿੱਚ ਹੈਗੀ।
ਜੋ ਪਿਕਚਰ ਸਡਨਲੀ ਮੇਰੇ ਕੋਲ ਕਿਸੇ ਦੋਸਤ ਨੇ ਭੇਜੀ ਇਹਨਾਂ ਦੇ ਹੀ ਸਰਕਲ ਦੇ ਵਿੱਚੋਂ, ਤੇ ਫਿਰ ਮੈਂ ਸੋਚਿਆ ਵੀ ਇਹਦਾ ਫਾਲੋ ਅਪ ਕੀਤਾ ਜਾਵੇ। ਮੈਂ ਸ਼ਾਮ ਨੂੰ ਇਹ 'ਤੇ ਆਰਟੀਕਲ ਲਿਖਿਆ ਫਿਰ, ਤੇ ਅਗਲੇ ਦਿਨ ਸਾਨੂੰ ਥੋੜ੍ਹੀ ਜਿਹੀ ਇਨਫੋਰਮੇਸ਼ਨ ਮਿਲੀ। ਪਹਿਲਾਂ ਤਾਂ ਦਿਮਾਗ 'ਚ ਇਹੀ ਹੁੰਦਾ ਵੀ ਇਹ ਡਿਜ਼ਾਈਨ ਸੀ, ਜੇ ਹੈ ਕਿ ਇਹ ਪਾਕਿਸਤਾਨ ਸਰਕਾਰ ਦਾ ਡਿਜ਼ਾਈਨ ਹੈ ਜੀ। ਹੁਣ ਮੈਂ ਸ਼ੋਰ ਨਹੀਂ ਜਿਹੜੀ ਇਨਫੋਰਮੇਸ਼ਨ ਆਈ ਹੈ, ਲੇਕਿਨ ਆਈ ਜਿਹੜੇ ਸਰਟੀਫਾਈਡ ਚੈਨਲ ਹੈਗੇ ਹੈ ਜਿਨ੍ਹਾਂ ਮੈਂ ਰਿਲਾਈ ਕਰ ਸਕਦਾ ਉਹਨਾਂ ਤੋਂ। ਇਹਨਾਂ ਦਾ ਆਪਣੀ ਵਰਸ਼ਨ ਇਹ ਕਹੀ ਜਾ ਰਹੀ ਇਹ ਹੈ ਕਿ ਮੈਂ ਸਡਨਲੀ ਆਪਣੀ ਫੋਟੋ ਪਾਤੀ, ਕਿ ਨਾਰਮਲ ਜਾਂਦੇ ਰਹਿੰਦੇ ਸੀ, ਅੰਦਰ ਦੀਆਂ ਫੋਟੋਆਂ ਆ ਜਾਂਦੀਆਂ ਸੀਗੀਆਂ ਕਈ ਵਾਰੀ, ਅਤੇ ਕਦੇ ਅੰਦਰ ਦੀਆਂ ਫੋਟੋਆਂ ਤੋਂ ਇਹ ਨਹੀਂ ਸੀ ਪਤਾ ਲੱਗਦਾ ਹੁੰਦਾ ਵੀ ਕਿੱਥੋਂ ਦੀ ਹੈ, ਗੁਰਦੁਆਰਿਆਂ ਦੇ ਅੰਦਰ ਦੀ ਸਭ ਕੁਛ। ਅਤੇ ਇਹ ਪਹਿਲੀ ਵਾਰ ਸੀ ਕਿ ਇਹਨਾਂ ਨੇ ਬਾਹਰ ਖੜੋ ਕੇ ਫਰੰਟ ਤੋਂ ਆਪਣੀ ਫੋਟੋ ਖਿੱਚੀ ਹੋਈ ਪੰਜਾ ਸਾਹਿਬ ਦੇ ਬਾਹਰ। ਗੁਰਦੁਆਰਾ ਪੰਜਾ ਸਾਹਿਬ ਮਤਲਬ ਬਹੁਤ ਵੈਲ ਨੋਨ ਜਗ੍ਹਾ ਹੈ ਜਿਹੜੀ ਫੋਟੋਆਂ ਦੀ ਪਛਾਣੀ ਜਾਂਦੀ ਆ, ਉੱਥੇ ਪਾਈ ਹੈ। ਅਤੇ ਹੁਣ ਤੱਕ ਜਿਹੜੀ ਇਨਫੋਰਮੇਸ਼ਨ ਹੈ ਉਹਦੇ ਵਿੱਚ ਤਾਂ ਇਹ ਹੈ ਕਿ ਇੱਕ ਸੁਭਾਵਿਕ ਜਿਹਾ ਇੱਕ ਐਕਸ਼ਨ ਹੈ। ਪਾਕਿਸਤਾਨ ਸਰਕਾਰ ਕਿਵੇਂ ਰਿਐਕਟ ਕਰੇਗੀ ਜਾਂ ਹਿੰਦੁਸਤਾਨ ਸਰਕਾਰ ਕਿਵੇਂ ਰਿਐਕਟ ਕਰ ਰਹੀ ਹੈ, ਹਾਲੇ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ। ਲੱਗਦਾ ਕਿ ਗੌਰਮੈਂਟ ਆਫ ਇੰਡੀਆ ਨੂੰ ਹਾਲੇ ਵੀ ਗਜਿੰਦਰ ਸਿੰਘ ਦੀ ਲੋੜੀਂਦਾ ਹੈਗਾ ਕਾਨੂੰਨ ਮੁਤਾਬਕ, ਜਾਂ ਜਿਸ ਤਰ੍ਹਾਂ ਉਹਨਾਂ ਨੇ ਉਦੋਂ 29 ਸਤੰਬਰ 1999 ਦੇ ਵਿੱਚ ਉਹ ਹਾਈਜੈਕ ਕੀਤਾ ਸੀ 5 ਜਣਿਆਂ ਨੇ। ਇੰਟਰਨੈਸ਼ਨਲ ਲਾ ਇਹ ਕਹਿੰਦਾ ਹੈ ਕਿ ਇੱਕ ਜਿਹੜਾ ਕ੍ਰਾਈਮ ਹੈ ਉਹਦੀ ਸਜ਼ਾ ਇੱਕ ਵਾਰ ਹੀ ਹੋ ਸਕਦੀ ਹੈ, ਕਿਸੇ ਮੁਲਕ ਦੇ ਵਿੱਚ ਵੀ ਹੋ ਸਕਦੀ। ਜੇ ਜਿਵੇਂ ਹਾਈਜੈਕਿੰਗ ਹੈ ਮਸਲਨ, ਇਹ ਪਲੇਨ ਲੈ ਕੇ ਗਏ ਲਾਹੌਰ, ਅਰੈਸਟ ਹੋ ਗਏ, ਪਾਕਿਸਤਾਨ ਗੌਰਮੈਂਟ ਨੇ ਮੁਕੱਦਮਾ ਚਲਾਇਆ ਇਹਨਾਂ 'ਤੇ। ਉਸ ਵੇਲੇ ਹਾਈਜੈਕਿੰਗ ਦੀ ਸਜ਼ਾ ਪਾਕਿਸਤਾਨ ਵਿੱਚ ਫਾਂਸੀ ਸੀ। ਸੋ ਅਲਟੀਮੇਟਲੀ ਕਰਦੇ ਕਰਾਉਂਦੇ ਫਿਰ ਉਹਨਾਂ ਨੇ ਕਿਹਾ ਵੀ 5 ਬੰਦੇ ਕਿਉਂਕਿ ਸਿੱਖ ਮੂਵਮੈਂਟ ਨਾਲ ਸੰਬੰਧਿਤ ਹੈਗੇ ਹੈ, ਅਤੇ ਹੁਣ ਕਰਨਾ ਕੀ ਹੈ। ਫਿਰ ਉਹ ਲਾ ਉਹਨਾਂ ਨੇ ਅਮੈਂਡ ਕਰਕੇ ਉਮਰ ਕੈਦ ਕਰਤੀ। ਉਮਰ ਕੈਦ ਹਿੰਦੁਸਤਾਨ ਅਤੇ ਪਾਕਿਸਤਾਨ ਇੱਕੋ ਹੀ ਹੁੰਦੀ ਹੈ, ਉਹ 14 ਸਾਲ 'ਤੇ ਆ ਕੇ ਖ਼ਤਮ ਹੋ ਜਾਂਦੀ ਹੈ। ਇਹਨਾਂ ਨੂੰ ਕੈਦ ਹੋ ਗਈ ਸੀ, ਪ੍ਰੋਸੀਕਿਊਟ ਹੋ ਗਈ ਸੀ, ਸਜ਼ਾ ਹੋ ਗਈ, ਅਤੇ 14 ਸਾਲ ਇਹਨਾਂ 5 ਨੇ ਜੇਲ੍ਹ ਵਿੱਚ ਹੀ ਕੱਟੀ ਹੈ। ਕੌਣ ਕੌਣ ਸੀ ਬਾਕੀ 4 ਜਣੇ ਜੀ? ਗਜਿੰਦਰ ਸਿੰਘ, ਸਤਨਾਮ ਸਿੰਘ ਪੌਂਟਾ ਸਾਹਿਬ, ਤੇਜਿੰਦਰਪਾਲ ਸਿੰਘ। 3 ਤਾਂ ਮੇਰੇ ਦਿਮਾਗ 'ਚ ਇਮੀਡੀਏਟਲੀ ਹੈਗੇ ਆ, 2 ਮੈਨੂੰ ਹੁਣ ਮੁੜ ਕੇ ਦੇਖਣੇ ਪੈਣੇ ਆ। ਉਹ ਸਾਰੇ ਸਜ਼ਾ ਭੁਗਤ ਚੁੱਕੇ ਹੈਗੇ, ਅਤੇ ਉਹ ਹੁਣ ਇੰਡੀਆ 'ਚ ਹੀ ਰਹਿੰਦੇ ਕਿ ਬਾਕੀ ਦੇਸ਼ਾਂ ਦੇ ਵਿੱਚ? ਸਤਨਾਮ ਅਤੇ ਤੇਜਿੰਦਰਪਾਲ ਵਾਪਸ ਆਏ ਸੀ ਹਿੰਦੁਸਤਾਨ ਦੇ ਵਿੱਚ। ਆਉਣ ਤੋਂ ਬਾਅਦ ਇਹਨਾਂ 'ਤੇ ਫਿਰ ਕੇਸ ਚੱਲਿਆ ਸੀਗਾ ਦਿੱਲੀ ਦੇ ਵਿੱਚ, ਹਾਈ ਕੋਰਟ ਦੇ ਵਿੱਚ, ਅਤੇ ਉਸ ਤੋਂ ਫਿਰ ਬਾਅਦ ਇਹ ਬਰੀ ਹੋਏ ਸੀ। ਹੁਣ ਉਹਨਾਂ ਦੋਵਾਂ 'ਤੇ ਕੋਈ ਕੇਸ ਨਹੀਂ ਹੈ। ਇਹ ਪਾਕਿਸਤਾਨ ਰਹਿ ਗਏ ਜੀ ਗਜਿੰਦਰ ਸਿੰਘ, ਜਿਹੜਾ ਤੁਹਾਡਾ ਰਿਕਾਰਡ ਕੀ ਕਹਿੰਦਾ ਜੀ? ਦੇਖੋ ਜੀ, ਮੈਂ ਸਿਰਫ ਇੰਨੀ ਗੱਲ ਸ਼ੇਅਰ ਕਰੂੰਗਾ ਕਿ ਸਜ਼ਾ ਖਤਮ ਹੋਣ ਤੋਂ ਬਾਅਦ ਜਦੋਂ ਰਿਹਾ ਹੋਏ ਅਤੇ ਇਹ ਜਰਮਨੀ ਉੱਥੋਂ ਗਏ। ਜਰਮਨੀ ਨੇ ਇਹਨਾਂ ਨੂੰ ਡਿਪੋਰਟ ਕਰਤਾ। ਅਤੇ ਲਾਅ ਇਹ ਹੈ ਕਿ ਜਿਸ ਮੁਲਕ ਤੋਂ ਤੁਸੀਂ ਪਲੇਨ ਫੜਿਆ ਹੋਵੇ ਉਸੇ ਮੁਲਕ ਨੂੰ ਹੀ ਉਹ ਬੰਦਾ ਵਾਪਸ ਭੇਜਿਆ ਜਾਂਦਾ ਹੈ। ਇਹਨਾਂ ਨੂੰ ਵਾਪਸ ਭੇਜਤਾ ਪਾਕਿਸਤਾਨ। ਉਸ ਤੋਂ ਬਾਅਦ ਕਿੱਥੇ ਰਿਹਾ ਗਜਿੰਦਰ ਸਿੰਘ, ਕੀ ਹੋਇਆ, ਹੁਣ ਸਡਨਲੀ ਫੋਟੋ ਸਾਹਮਣੇ ਆਈ ਹੈ। ਗੌਰਮੈਂਟ ਆਫ ਇੰਡੀਆ ਨੇ 2002 ਦੇ ਵਿੱਚ ਇੱਕ ਲਿਸਟ ਮੋਸਟ ਵਾਂਟਡ ਦੀ ਪਾਕਿਸਤਾਨ ਨੂੰ ਭੇਜੀ ਸੀ ਕਿ ਇਹ ਬੰਦੇ ਸਾਡੇ ਹਵਾਲੇ ਕਰੋ, ਜਦੋਂ ਪਾਰਲੀਮੈਂਟ ਅਟੈਕ ਹੋਇਆ। ਉਸ ਤੋਂ ਬਾਅਦ ਜਨਵਰੀ 2002 ਦੇ ਵਿੱਚ ਜਿਹੜੀ ਲਿਸਟ ਗਈ ਉਹਦੇ ਵਿੱਚ ਗਜਿੰਦਰ ਸਿੰਘ ਦਾ ਨਾਂ ਸੀ। ਹੁਣ ਮੋਸਟ ਵਾਂਟਡ ਲਿਸਟ ਦੇ ਵਿੱਚ ਨਾ ਹੋਵੇ, ਲੇਕਿਨ ਉਹਦੇ ਖਿਲਾਫ ਇਹ ਵੀ ਕਿਹਾ ਜਾ ਸਕਦਾ ਹੈ ਕਿ ਉਸ ਵੇਲੇ ਕੇਸ ਤਾਂ ਕੋਈ ਹੈ ਨਹੀਂ ਸੀ, ਹਿੰਦੁਸਤਾਨ ਵਿੱਚ ਕੋਈ ਕੇਸ ਨਹੀਂ ਸੀ। ਪਹਿਲਾ ਅਤੇ ਆਖਰੀ ਕੇਸ ਹਾਈਜੈਕਿੰਗ ਦਾ ਸੀ। ਸੋ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਮੋਸਟ ਵਾਂਟਡ ਕਿਉਂ ਸੀ। ਉਸ ਤੋਂ ਬਾਅਦ ਫਿਰ ਜਦੋਂ ਮੋਸਟ ਵਾਂਟਡ ਵਾਲੀ ਲਿਸਟ ਮੰਗੀ ਹੈਗੀ, ਕਿਸੇ ਨੇ ਓਬਜੈਕਸ਼ਨ ਕੀਤਾ ਸੀ ਜੀ? ਹਾਂਜੀ। ਉਸ ਤੋਂ ਬਾਅਦ ਦਲ ਖਾਲਸਾ ਨੇ ਚਿੱਠੀ ਲਿਖੀ ਗੌਰਮੈਂਟ ਆਫ ਇੰਡੀਆ ਨੂੰ
ਕਿ ਜਿਹੜਾ ਉਹਦੇ ਖਿਲਾਫ ਕੇਸ ਸੀ ਉਹ ਤਾਂ ਸਜ਼ਾ ਭੁਗਤ ਚੁੱਕਿਆ, ਹੁਣ ਇਹਦੇ ਖਿਲਾਫ ਕੇਸ ਕੋਈ ਨਹੀਂ। ਜੇ ਤੁਹਾਡੇ ਕੋਲ ਕੇਸ ਕੋਈ ਹੈ ਤਾਂ ਦੱਸਿਆ ਜਾਵੇ ਤੇ ਜਾਂ ਇਹਨੂੰ ਉਸ ਲਿਸਟ ਵਿੱਚੋਂ ਕੱਢਿਆ ਜਾਵੇ। ਉਹਨਾਂ ਨੂੰ ਜਵਾਬ ਤਾਂ ਕੋਈ ਨਹੀਂ ਆਇਆ। ਤੇ ਜਿਹੜੀਆਂ ਲਿਸਟਾਂ ਬਾਅਦ ਦੇ ਵਿੱਚ ਆਈਆਂ ਅਲਟੀਮੇਟਲੀ ਉਹਦੇ ਵਿੱਚੋਂ ਇਹਦਾ ਨਾਂ ਡਰਾਪ ਹੋ ਗਿਆ। ਜਿਹੜੀ ਲੇਟੈਸਟ ਲਿਸਟ 2019 ਹੈ ਉਹਦੇ ਵਿੱਚ ਵੀ ਇਹਦਾ ਲਿਸਟ ਨਾਂ ਹੈ ਨਹੀਂ। ਹੋਰ ਜਿਹੜੇ ਸਿੱਖ ਜਥੇਬੰਦੀਆਂ ਦੇ ਲੀਡਰ ਹੈਗੇ, ਰਣਜੀਤ ਸਿੰਘ ਨੀਟਾ, ਪਰਮਜੀਤ ਪੰਜਵੜ, ਵਧਾਵਾ ਸਿੰਘ ਵਗੈਰਾ, ਇਹ ਸਾਰੇ ਹੈਗੇ, ਲਖਬੀਰ ਸਿੰਘ ਰੋਡੇ, ਇਹਨਾਂ ਸਾਰਿਆਂ ਦੇ ਨਾਂ ਹੈਗੇ, ਇਹਦਾ ਨਾਂ ਵਿੱਚ ਨਹੀਂ ਸੀ। ਲੱਗਦਾ ਕਿ ਪਾਕਿਸਤਾਨ ਕਿੰਨਾ ਚਿਰ ਡਿਨਾਈ ਕਰਦਾ ਰਿਹਾ, ਲੇਕਿਨ ਹੁਣ ਪਾਕਿਸਤਾਨ ਵੀ ਤੇ ਇੰਡੀਆ ਦੀਆਂ ਨਜ਼ਰਾਂ ਦੇ ਵਿੱਚ ਜਾਂ ਵਰਲਡ ਵਾਈਡ ਲੋਕ ਦੇਸ਼ਾਂ ਦੀਆਂ ਨਜ਼ਰਾਂ ਦੇ ਵਿੱਚ ਵੀ ਤੁਸੀਂ ਇਸ ਬੰਦੇ ਨੂੰ ਡਿਨਾਈ ਕਰਦੇ ਰਹੇ ਹੋ, ਤੁਹਾਡੇ ਦੇਸ਼ 'ਚ ਹੀ ਰਹਿੰਦਾ ਰਿਹਾ ਤੇ ਫੋਟੋ ਵੀ ਜਨਤਕ ਹੋ ਗਈ ਜੀ। ਹਾਂ, ਇਹ ਇਸ਼ੂ ਹੈ। ਇਹ ਤਾਂ ਹੁਣ ਪਾਕਿਸਤਾਨ ਗੌਰਮੈਂਟ ਦੇਖੇਗੀ ਕਿ ਉਹਨਾਂ ਨੇ ਇਸ ਕੇਸ ਨੂੰ ਕਿਵੇਂ ਡੀਲ ਕਰਨਾ ਹੈ। ਲੇਕਿਨ ਇੱਕ ਗੱਲ ਤਾਂ ਕਲੀਅਰ ਹੋ ਗਈ ਕਿ ਰਿਕਾਰਡ 'ਤੇ ਗੱਲ ਆ ਗਈ। ਇਸ਼ੂ ਹੁਣ ਇਹ ਨਹੀਂ ਹੈ ਕਿ ਗਜਿੰਦਰ ਸਿੰਘ ਦੇ ਖਿਲਾਫ ਕੇਸ ਹੈ ਜਾਂ ਨਹੀਂ। ਜਿਸ ਇਨਸਾਨ ਦੀ ਪਾਕਿਸਤਾਨ ਵਿੱਚ ਐਗਜ਼ਿਸਟੈਂਸ ਪਾਕਿਸਤਾਨ ਡਿਨਾਈ ਕਰ ਰਿਹਾ ਸੀਗਾ, ਉਹ ਬੰਦਾ ਹੁਣ ਸਰਫੇਸ ਹੋ ਗਿਆ ਔਰ ਉਸੇ ਮੁਲਕ ਦੇ ਵਿੱਚ ਹੀ ਹੋਇਆ। ਉਹਨਾਂ ਦੇ ਡਿਪਲੋਮੈਟ ਤਰੀਕੇ ਦੇ ਨਾਲ ਗਵਰਨਮੈਂਟ ਆਫ ਇੰਡੀਆ ਵੀ ਰਿਐਕਟ ਕਰ ਸਕਦੀ ਇਸ ਮਸਲੇ ਦੇ ਵਿੱਚ? ਨਹੀਂ, ਬਿਲਕੁਲ ਕਰ ਸਕਦੀ ਹੈ। ਹੁਣ ਉਹਦੀ ਵਾਪਸੀ ਵੀ ਮੰਗ ਸਕਦੀ ਹੈ। ਤੇ ਹੁਣ ਤੱਕ ਸਰਕਾਰ ਵੱਲੋਂ ਕੋਈ ਰਿਐਕਸ਼ਨ ਨਹੀਂ ਆਇਆ। ਹੁਣ ਦੇਖਣਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਵਰਨਮੈਂਟ ਆਫ ਇੰਡੀਆ ਇਸ ਕੇਸ ਨੂੰ ਕਿਵੇਂ ਡੀਲ ਕਰਦੀ ਹੈ। ਪਾਕਿਸਤਾਨ ਸ਼ਰਨ ਦੇ ਦਿੰਦਾ ਜੀ ਜੇ ਮਸਲਾ ਹੈ? ਪੋਲੀਟੀਕਲ ਅਸਾਈਲਮ ਇਹਨਾਂ ਨੂੰ ਨਹੀਂ ਮਿਲਿਆ ਸੀ ਹੁਣ ਤੱਕ। ਅੱਛਾ। ਤੇ ਉਹ ਇਸ਼ੂ ਵੱਖਰਾ ਹੈ। ਹਾਂ, ਜੇ ਇਹ ਅਪਲਾਈ ਕਰੇ ਤੇ ਫਿਰ ਉਹ ਲੰਬਾ ਪ੍ਰੋਸੈਸ ਹੈ। ਕਿਸੇ ਮੁਲਕ ਦੇ ਵਿੱਚ ਵੀ ਅਸਾਈਲਮ ਲੈਣਾ ਉਹ ਟਾਈਮ ਲੱਗਦਾ। ਉੱਤੇ ਤਾਂ ਪੰਜਾਬ ਦੇ ਬਹੁਤ ਮੁੰਡੇ ਇੱਕ ਫੇਕ ਸਰਟੀਫਿਕੇਟ ਲੈ ਕੇ ਬਾਹਰ ਅਸਾਈਲਮ ਲਿਆ ਉਹਨਾਂ ਨੇ। ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹ ਸਰਟੀਫਿਕੇਟ ਕਿੱਥੋਂ ਇਸ਼ੂ ਹੁੰਦੇ ਸੀਗੇ ਤੇ ਕਿਵੇਂ ਹੁੰਦੇ ਸੀ। ਜਿੱਦਾਂ ਸਰ ਅਮਰੀਕਾ, ਜਰਮਨੀ ਜਾਂ ਹੋਰ ਜਿਹੜੀ ਕੰਟਰੀ ਹੈਗੀ ਉੱਥੇ ਤਾਂ ਪੋਲੀਟੀਕਲ ਅਸਾਈਲਮ ਬੜੀ ਜਲਦੀ ਮਿਲਦੀ ਰਹੀ ਬਹੁਤ ਸਾਰੇ ਲੋਕਾਂ ਲਈ। ਗਜਿੰਦਰ ਸਿੰਘ ਨੂੰ ਜਰਮਨੀ ਨੇ ਵਾਪਸ ਭੇਜਣਾ, ਇਹ ਉਦੋਂ ਕੋਈ ਤੱਥ ਸਾਹਮਣੇ ਆਏ ਕਿ ਕਿਉਂ ਵਾਪਸ ਭੇਜਤਾ ਜਰਮਨੀ ਨੇ? ਇਹ ਕਿਹਾ ਜਾ ਰਿਹਾ ਕਿ ਕੋਈ ਡਾਕੂਮੈਂਟਸ ਦੀ ਸਮੱਸਿਆ ਸੀ। ਜਿਨ੍ਹਾਂ ਡਾਕੂਮੈਂਟਸ 'ਤੇ ਗਿਆ ਸੀ ਉੱਥੇ ਕੋਈ ਸਮੱਸਿਆ ਆਈ ਸੀ, ਉਹਦੇ ਕਰਕੇ ਭੇਜੇ। ਜਿਹੜੇ ਬਾਕੀ ਲੋਕ ਜਰਮਨੀ ਗਏ ਆ, ਅਮਰੀਕਾ ਵਗੈਰਾ, ਉਹ ਮੇਰੇ ਖਿਆਲ ਫੇਕ ਡਾਕੂਮੈਂਟਸ 'ਤੇ ਨਹੀਂ ਗਏ ਬਹੁਤੇ। ਉਹ ਡਾਕੂਮੈਂਟਸ ਠੀਕ ਸੀ ਉਹਨਾਂ ਦੇ, ਜਾ ਕੇ ਉਹਨਾਂ ਨੇ ਅਪਲਾਈ ਕੀਤਾ ਵੀ ਅਸੀਂ ਆ ਗਏ ਹਾਂ, ਅਸੀਂ ਉੱਥੇ ਹਰਾਸ ਹੋ ਰਹੇ, ਉਹ ਸਰਟੀਫਿਕੇਟ ਸੀ। ਇਹ ਸ਼ਾਇਦ ਗਿਆ ਹੀ ਫੇਕ ਡਾਕੂਮੈਂਟਸ 'ਤੇ ਸੀ। ਲੱਗਦਾ ਕਿ ਹੋ ਸਕਦਾ ਕਿ ਉਸ ਵੇਲੇ ਵੀ ਗਵਰਨਮੈਂਟ ਆਫ ਇੰਡੀਆ ਨੇ ਓਬਜੈਕਸ਼ਨ ਜਰਮਨੀ ਨੂੰ ਭੇਜਿਆ ਵੀ? ਉਸ ਵੇਲੇ ਮੈਨੂੰ ਉਹ ਡਿਟੇਲ ਯਾਦ ਨਹੀਂ ਹੈ, ਕਿਉਂਕਿ ਇਹਦੀ ਵਾਈਫ ਵੀ ਅਲਟੀਮੇਟਲੀ ਜਰਮਨੀ ਚਲੀ ਗਈ ਸੀਗੀ, ਬੇਟੀ ਵੀ ਜਰਮਨੀ ਸੀ। ਇਹਦੀ ਵਾਈਫ ਦੀ ਡੈਥ ਵੀ ਪਿੱਛੇ ਜੇ ਜਰਮਨੀ ਵਿੱਚ ਹੋਈ ਸੀਗੀ। ਸੋ ਜੇ ਬਾਕੀ ਟੱਬਰ ਜਰਮਨੀ ਰਹਿ ਸਕਦਾ ਹੈ ਤਾਂ ਮੇਰੇ ਖਿਆਲ 'ਚ ਇਹਦੀ ਕੋਈ ਹੋਰ ਸਮੱਸਿਆ ਹੋਏਗੀ ਜਿਹਦੇ ਕਰਕੇ ਉੱਥੇ ਨਹੀਂ ਜਾ ਸਕਿਆ। ਆਪਣੀ ਵਾਈਫ ਦੀ ਡੈਥ 'ਤੇ ਵੀ ਇਹ ਉੱਥੇ ਨਹੀਂ ਜਾ ਸਕਿਆ। ਨਾ ਬੇਟੀ ਦੇ ਵਿਆਹ 'ਤੇ ਜਾ ਸਕਿਆ, ਪਾਕਿਸਤਾਨ ਛੱਡ ਸਕਿਆ, ਨਾ ਵਾਈਫ ਦੇ ਡੈਥ 'ਤੇ, ਨਾ ਬੇਟੀ ਦੇ ਵਿਆਹ 'ਤੇ। ਇਹ ਪਾਕਿਸਤਾਨ ਵਿੱਚ ਹੀ ਰਿਹਾ, ਕਿਉਂਕਿ ਇਹ ਸ਼ੋਅ ਹੀ ਨਹੀਂ ਸੀ ਕਰਨਾ ਚਾਹੁੰਦਾ, ਜਾਂ ਪਾਕਿਸਤਾਨ ਸਰਕਾਰ ਨਹੀਂ ਸੀ ਅਲਾਉ ਕਰਦੀ ਇਹਨੂੰ ਸ਼ੋਅ ਕਰਨਾ ਕਿ ਇਹ ਇੱਥੇ ਹੈ। ਹੁਣ ਮਤਲਬ ਜੇ ਵਾਇਰਲ ਹੋਈ ਤਸਵੀਰ ਜਾਂ ਜਿਸ ਤਰ੍ਹਾਂ ਮੱਥਾ ਟੇਕ ਕੇ ਬਾਅਦ ਉਹਨਾਂ ਨੇ ਆਪਣੀ ਤਸਵੀਰ ਜਨਤਕ ਕੀਤੀ ਆ, ਇੰਡੀਅਨ ਗੌਰਮੈਂਟ ਤਾਂ ਪਹਿਲਾਂ ਕਹਿੰਦੀ ਕਿ ਪਾਕਿਸਤਾਨ ਦੇ ਬੜੇ ਦੂਰੇ ਮਾਪਦੰਡ ਨੇ, ਤੇ ਉਸ ਮਸਲੇ ਦੇ ਵਿੱਚ ਕਿ ਇੱਕ ਵਾਰ ਫਿਰ ਪਾਕਿਸਤਾਨ ਟਾਰਗੇਟ ਹੋ ਗਿਆ ਜੀ? ਨਹੀਂ, ਇਹ ਸਮੱਸਿਆ ਤਾਂ ਲਗਾਤਾਰ ਚੱਲਦੀ ਹੈ। ਉਹ ਹਿੰਦੁਸਤਾਨ ਬਾਰੇ ਕਹਿੰਦੇ ਵੀ ਬਲੋਚਿਸਤਾਨ ਦੇ ਵਿੱਚ ਹਿੰਦੁਸਤਾਨ ਇੰਟਰਫੇਅਰ ਕਰ ਰਿਹਾ। ਪਿੱਛੇ ਕੋਈ ਲਾਹੌਰ ਦੇ ਵਿੱਚ ਬੰਬ ਬਲਾਸਟ ਹੋਇਆ ਸੀ, ਉੱਥੇ ਵੀ ਇਹੀ ਉਹ ਸਟੈਂਡ ਲੈ ਰਹੇ ਸੀ। ਜੇ ਆਪਾਂ ਉਹਨਾਂ ਦੇ ਪੇਪਰ ਪੜ੍ਹੀਏ, ਉਹ ਹਿੰਦੁਸਤਾਨ ਨੂੰ ਬਹੁਤ ਗੱਲਾਂ 'ਤੇ ਬਲੇਮ ਕਰਦੇ ਆ, ਜਿਵੇਂ ਅਸੀਂ ਉਹਨਾਂ ਨੂੰ ਬਲੇਮ ਕਰਦੇ ਹਾਂ, ਉਹ ਇੱਧਰ ਕਰਦੇ ਆ। ਇਹ ਬਹੁਤ ਵੈਲ ਨੋਨ ਫੈਕਟ ਹੈ ਕਿ ਪੰਜਾਬ ਦੇ ਮੁੰਡੇ ਲਗਾਤਾਰ ਬਾਰਡਰ ਕ੍ਰਾਸ ਕਰਕੇ ਉੱਧਰ ਜਾਂਦੇ ਰਹੇ ਆ ਮਿਲੀਟੈਂਸੀ ਦੇ ਵੇਲੇ। ਪਹਿਲਾਂ ਤਾਂ ਬਾਰਡਰ ਹੀ ਓਪਨ ਸੀ, ਤੇ ਉਸ ਤੋਂ ਬਾਅਦ ਤਾਰ ਲੱਗਣ ਤੋਂ ਬਾਅਦ ਕਿਵੇਂ ਕ੍ਰਾਸਿੰਗ ਹੁੰਦੀਆਂ ਰਹੀਆਂ, ਕਿਵੇਂ BSF ਵੀ ਸਾਥ ਦਿੰਦੀ ਰਹੀ। ਮੈਂ ਆਪਣੀ ਦੂਸਰੀ ਕਿਤਾਬ ਰਿਵਰਸ ਔਨ ਫਾਇਰ ਉਹਦੇ ਵਿੱਚ ਡੀਲ ਕੀਤਾ। ਮੈਂ ਇੱਕ ਕੇਸ ਸਟੱਡੀ ਵੀ ਲਈ ਹੈ ਕਿ ਪਾਕਿਸਤਾਨ ਦੇ ਵਿੱਚ ਸਰਕਾਰ ਇਸ ਮਸਲੇ ਨੂੰ ਜਾਂ ਇਹਨਾਂ ਲੋਕਾਂ ਨੂੰ ਜਿਹੜੇ ਉੱਥੇ ਰਹਿ ਰਹੇ ਕਿਵੇਂ ਡੀਲ ਕਰਦੀ।
ਤਾਂ ਲੱਗਦਾ ਨਹੀਂ ਜਿਹੜੇ ਪਰਸੋਂ ਦੀ ਘਟਨਾ ਹੈਗੀ ਆ, ਜਿਹੜਾ ਇੰਡੀਅਨ ਕ੍ਰਿਕਟ ਟੀਮ ਅਰਸ਼ਦੀਪ ਸਿੰਘ ਆ, ਉਹਦਾ ਵਿਕੀਪੀਡੀਆ ਪਾਕਿਸਤਾਨ ਨੂੰ ਕਹਿੰਦੇ ਚੇਂਜ ਹੋ ਗਿਆ, ਉਹਨੂੰ ਖਾਲਿਸਤਾਨੀ ਜੋੜ ਕੇ ਬਣਾ ਦਿੱਤਾ ਗਿਆ। 3 ਦਿਨ ਬਾਅਦ ਗਜਿੰਦਰ ਸਿੰਘ ਉਹਨਾਂ ਦੀ ਤਸਵੀਰ ਵਾਇਰਲ ਹੋ ਗਈ ਆ। ਜਾਂ ਪਿੱਛੇ ਜਿਹੜਾ ਅੰਗਦ ਸਿੰਘ ਸੀ ਅਮਰੀਕਨ ਜਰਨਲਿਸਟ ਸੀ, ਉਹਨੂੰ ਇੰਡੀਆ ਨਹੀਂ ਵਾਪਸ ਆਉਣ ਦਿੱਤਾ ਗਿਆ, ਉਹਨੂੰ ਵਾਪਸ ਭੇਜ ਦਿੱਤਾ ਗਿਆ। ਇਹ ਕਿਤੇ ਨਾ ਕਿਤੇ ਮਸਲੇ ਦੇ ਲਿੰਕ ਹੋ ਰਹੇ ਨੇ। ਨਹੀਂ, ਲਿੰਕ ਇਸ ਢੰਗ ਨਾਲ ਹੋ ਰਿਹਾ ਹੈ ਕਿ ਜਿਹੜਾ ਨੈਰੇਟਿਵ ਹੈ ਸਿੱਖ ਸਟਰਗਲ ਦਾ, ਉਹ ਉਸ ਤਰ੍ਹਾਂ ਹੀ ਖੜਾ ਹੈ। ਇਹ ਨਹੀਂ ਕਿ ਕੌਣ ਕਿਹਦੇ ਪਿੱਛੇ ਕੀ ਹੈ। ਹੁਣ ਅੰਗਦ ਸਿੰਘ ਨੂੰ ਵਾਪਸ ਭੇਜਣਾ, ਸਰਕਾਰ ਦਾ ਹੁਣ ਤੱਕ ਕੋਈ ਬਿਆਨ ਹੀ ਨਹੀਂ ਹੈ ਵੀ ਕਿਹੜੀ ਗੱਲੋਂ ਉਹਨੂੰ ਵਾਪਸ ਭੇਜਿਆ ਗਿਆ, ਡਿਪੋਰਟ ਕੀਤਾ ਗਿਆ। ਹੁਣ ਅਰਸ਼ਦੀਪ ਦਾ ਮਾਮਲਾ ਆਪਾਂ ਮੰਨ ਕੇ ਤੁਰਦੇ ਹਾਂ ਵੀ ਚਲੋ ਪਾਕਿਸਤਾਨ ਦੀਆਂ ਏਜੰਸੀਆਂ ਨੇ ਇਹ ਗੇਮ ਉੱਥੋਂ ਟ੍ਰਿਗਰ ਹੋਈ, ਲੇਕਿਨ ਉਹਨਾਂ ਦਾ ਸਾਥ ਕਿਹਨੇ ਦਿੱਤਾ? ਜਿਹੜੀ ਸਿਆਸਤ ਹਿੰਦੁਸਤਾਨ ਵਿੱਚ ਨਫ਼ਰਤ ਦੀ ਚੱਲ ਰਹੀ ਹੈ, ਉਹਦੇ ਵਿੱਚ ਉਹ ਸਡਨਲੀ ਟ੍ਰੈਂਡਿੰਗ ਹੋ ਗਈ। ਹੁਣ ਤਾਂ ਅਰਸ਼ਦੀਪ ਦੇ ਮਾਮਲੇ ਤਾਂ ਆ ਗਿਆ ਵੀ ਇਹ ਪਾਕਿਸਤਾਨ ਦੇ ਵਿੱਚ ਰੂਟਡ ਹੈ। ਖਾਲਿਸਤਾਨ ਹੈਸ਼ਟੈਗ ਆਲਮੋਸਟ ਹਰ ਮਹੀਨੇ ਟ੍ਰੈਂਡਿੰਗ ਦੇ ਵਿੱਚ ਹੁੰਦਾ ਹੈ। ਕੌਣ ਕਰ ਰਿਹਾ? ਇਹਦੇ ਪਿੱਛੇ ਕੀ ਹੈ? ਇਹ ਗੱਲਾਂ ਸਟੱਡੀ ਕਰ ਰਹੀਆਂ। ਸਿੱਖ ਤੇ ਖਾਲਿਸਤਾਨ 2 ਹੈਸ਼ਟੈਗ ਪਿਛਲੇ ਤੁਸੀਂ ਚੱਕ ਕੇ ਦੇਖੋ 1 ਸਾਲ ਦੇ ਵਿੱਚ ਲਗਾਤਾਰ ਰਿਪੀਟਡਲੀ ਟ੍ਰੈਂਡਿੰਗ ਦੇ ਵਿੱਚ ਹੈ। ਇਹਦਾ ਕੋਈ ਮੀਨਿੰਗ ਹੈ? ਸੋ ਇੱਕ ਮਾਹੌਲ, ਖਾਸ ਕਰਕੇ ਜਿਹੜਾ ਨਫ਼ਰਤ ਦਾ ਮਾਹੌਲ ਇਸ ਵੇਲੇ ਚੱਲ ਰਿਹਾ ਹੈ, ਉਹਦੇ ਵਿੱਚ ਇਹੋ ਜਿਹੇ ਬਹੁਤ ਮਸਲੇ ਸਾਹਮਣੇ ਆ ਰਹੇ। ਹੁਣ ਸਰਕਾਰ, ਮਤਲਬ ਅਰਸ਼ਦੀਪ ਦਾ ਤੁਸੀਂ ਨਾਂ ਲਿਆ, ਟਾਪ ਲੈਵਲ 'ਤੇ ਬੀਜੇਪੀ ਸਰਕਾਰ ਦੇ ਲੋਕ ਕਿਉਂ ਚੁੱਪ ਹੈ? ਕਿਸੇ ਨੇ ਬਿਆਨ ਕਿਉਂ ਨਹੀਂ ਦਿੱਤਾ? ਜੇ ਪਾਕਿਸਤਾਨ ਦੇ ਵਿੱਚ ਵੀ ਰੂਟਡ ਹੈ, ਤੁਸੀਂ ਐਕਸਪੋਜ਼ ਕਰੋ ਨਾ ਰਿਕਾਰਡ 'ਤੇ। ਕੋਈ ਸੀਨੀਅਰ ਬੰਦਾ ਕਵੇ ਸਰਕਾਰ ਦੇ ਵਿੱਚੋਂ ਕਿ ਇਹ ਹੋ ਕੀ ਰਿਹਾ ਹੈ, ਇਹ ਖਤਮ ਕਰੋ। ਨਹੀਂ ਹੋਇਆ। ਸੋ ਇਹ ਕੁਝ ਵੈਸਟਰਨ ਇੰਟਰਸਟ ਇਹ ਸਾਰੀ ਸਿਚੁਏਸ਼ਨ ਨੂੰ ਮੇਰੇ ਖਿਆਲ 'ਤੇ ਐਕਸਪਲੇਟ ਕਰ ਰਹੇ। ਮੈਨੂੰ ਲੱਗਦਾ ਕਿ ਇਸ ਮਸਲੇ ਦੇ ਵਿੱਚ ਟਾਰਗੇਟ ਸਿੱਖੀ ਨੂੰ ਆ, ਸਿੱਖ ਹੋ ਰਿਹਾ, ਸਿੱਖੀ ਦਾ ਨੁਕਸਾਨ ਹੋ ਰਿਹਾ ਜੀ। ਨਹੀਂ, ਇਹ ਅਸੀਂ ਸੋਚ ਲੈਂਦੇ ਹਾਂ ਕਿ ਸਿੱਖੀ ਦਾ ਨੁਕਸਾਨ ਤਾਂ ਹੋ ਰਿਹਾ, ਜਿਹੜੇ ਲੋਕ ਵੀ ਕਰ ਰਹੇ, ਉਹਦਾ ਕੋਈ ਰੌਲਾ ਨਹੀਂ। ਕਰ ਕੌਣ ਰਿਹਾ? ਡਿਜ਼ਾਈਨ ਕਿੱਥੋਂ ਆ ਰਿਹਾ? ਕੌਣ ਐਕਸਪਲੈਟ ਕਰ ਰਿਹਾ? ਮੈਂ ਹੁਣ ਜੇ ਲਗਾਤਾਰ ਕਿਹਾ ਜਾਂਦਾ ਹੈ ਕਿ ਕਾਂਗਰਸ ਮਿਸੇਜ ਗਾਂਧੀ ਦੇ ਵੇਲੇ ਉਹਨਾਂ ਨੇ ਪੰਜਾਬ ਦੇ ਵਿੱਚ ਸਿੱਖ ਸੈਂਟੀਮੈਂਟ ਨੂੰ ਅਕਾਲੀਆਂ ਦੇ ਖਿਲਾਫ ਐਕਸਪਲੈਟ ਕੀਤਾ। ਮਿਸੇਜ ਗਾਂਧੀ ਨੂੰ ਤਾਂ ਆਪਣੀ ਜਾਨ ਦੇਣੀ ਪਏਗੀ। ਜੇ ਡਿਜ਼ਾਈਨ ਇਹੋ ਜਿਹਾ ਸੀ ਕੋਈ, ਤੇ ਉਹਦੀ ਤਾਂ ਆਪਣੀ ਜਾਨ ਗਈ। ਇਹ ਠੀਕ ਹੈ, ਜਦੋਂ ਸਿਚੁਏਸ਼ਨ ਕੋਈ ਵਿਗੜਦੀ ਹੈ, ਉਹਨੂੰ ਐਕਸਪਲੈਟ ਕਰਨ ਵਾਸਤੇ ਬਹੁਤ ਫੋਰਸਿਸ ਸਾਹਮਣੇ ਆ ਜਾਂਦੀਆਂ। ਜਿਸ ਤਰ੍ਹਾਂ ਇਹਨਾਂ ਦੇ ਨਾਲ ਨਾਮ 2 ਯਾਦ ਆ ਕਿ ਇੱਕ ਕਰਨ ਸਿੰਘ ਸੀ, ਦਲਬੀਰ ਸਿੰਘ, ਜਿਹੜੇ ਮੈਂ ਕੱਲ੍ਹ ਪੜ੍ਹਿਆ ਹੈਗਾ, ਉਹ ਦੋਨੇ ਕਹਿ ਰਹੇ ਸਵਿਟਜ਼ਰਲੈਂਡ ਦੇ ਵਿੱਚ ਨੇ। ਇਹ ਜਿਹੜੇ 5 ਜਾਣੇ ਸੀ, ਅਕਾਲ ਤਖਤ ਸਾਹਿਬ ਵੱਲੋਂ ਇਹਨਾਂ ਨੂੰ ਜਲ ਵਤਨ ਦੇ ਯੋਧੇ ਦਾ ਵੀ ਖਿਤਾਬ ਦਿੱਤਾ ਗਿਆ। ਉਹਦੇ ਪਿੱਛੇ ਅਕਾਲ ਤਖਤ ਜਾਂ ਸਿੱਖ ਸਿਆਸਤ ਕੀ ਕਹਿੰਦੀ ਸੀ ਜੀ? ਗੱਲ ਇਹ ਹੈ ਕਿ ਹੁਣ ਆਪਾਂ ਸੰਤ ਜਰਨੈਲ ਸਿੰਘ 'ਤੇ ਹੀ ਆ ਜਾਂਦੇ ਸਿੱਧੇ। ਉਹਨਾਂ ਦਾ ਮੈਮੋਰੀਅਲ ਦਰਬਾਰ ਸਾਹਿਬ ਦੇ ਵਿੱਚ ਹੈ। ਇਹ ਸਾਰੇ ਜਿਹੜੇ ਯੋਧੇ ਹੈਗੇ ਹੈ, ਉਸੇ ਸਟਰਗਲ ਨਾਲ ਐਸੋਸੀਏਟਡ ਹੈ ਨਾ। ਜੇ ਦਰਬਾਰ ਸਾਹਿਬ ਦੇ ਵਿੱਚ ਸੰਤ ਜਰਨੈਲ ਸਿੰਘ ਦਾ ਮੈਮੋਰੀਅਲ ਬਣ ਗਿਆ, ਉਹਨਾਂ ਦੇ ਸਾਥੀਆਂ ਦਾ, ਜਦੋਂ ਉਹਨਾਂ ਨੂੰ ਸ਼ਹੀਦ ਦਾ ਰੁਤਬਾ ਇਹ ਇੰਨਾ ਵੱਡਾ ਮਿਲ ਗਿਆ, ਇਹ ਇਸ ਤੋਂ ਵੱਡੀ ਆਨਰ ਕਿਸੇ ਸਿੱਖ ਵਾਸਤੇ ਕੋਈ ਨਹੀਂ ਕਿ ਦਰਬਾਰ ਸਾਹਿਬ ਦੇ ਵਿੱਚ ਉਹਦਾ ਮੈਮੋਰੀਅਲ ਹੋਊਗਾ। ਸੇ ਜੇ ਉਹਨਾਂ ਦਾ ਮੈਮੋਰੀਅਲ ਹੈ, ਅਤੇ ਜਿਹੜੇ ਬਾਕੀ ਲੋਕ ਲੜ ਰਹੇ ਹੈ, ਉਹਨਾਂ ਦਾ ਵੀ ਇਹ ਹੱਕ ਬਣਦਾ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਹੀ ਆਨਰ ਕੀਤਾ ਜਾਵੇ। ਸੋ ਜਿਹੜਾ ਜਲਾਵਤਨ ਯੋਧਾ ਦਾ ਖਿਤਾਬ ਹੈ ਅਕਾਲ ਤਖਤ ਵੱਲੋਂ, ਇਹ ਉਸ ਕੰਟੈਕਸਟ ਦੇ ਵਿੱਚ ਉਹੀ ਸਟਰਗਲ ਹੈ। ਹਰ ਇੱਕ ਦਾ ਆਪਣਾ ਆਪਣਾ ਰੋਲ ਹੈ। ਅਤੇ ਮੈਂ ਥੋੜ੍ਹਾ ਹੋਰ ਇਹਨੂੰ ਐਲੋਬਰੇਟ ਕਰ ਦਿੰਦਾ। ਬਲਵਿੰਦਰ ਜਟਾਣਾ ਦਾ ਭੋਗ ਪਿਆ ਦਰਬਾਰ ਸਾਹਿਬ ਦੇ ਵਿੱਚ। ਪਹਿਲੀ ਵਾਰ ਸੀ ਕਿ ਉਸ ਖਾੜਕੂ ਦਾ ਭੋਗ ਪਿਆ ਜਿਹਦਾ ਸੰਬੰਧ ਬਲੂ ਸਟਾਰ ਦੇ ਨਾਲ ਨਹੀਂ ਸੀ। ਇਸ ਤੋਂ ਪਹਿਲਾਂ ਬਿਆਨ ਸਿੰਘ, ਸਤਵੰਤ ਸਿੰਘ, ਇਹਨਾਂ ਦੇ ਜਾਂ ਸੁੱਖਾ ਜਿੰਦਾ, ਇਹਨਾਂ ਦੇ ਭੋਗ ਪੈਂਦੇ ਹੈ। SGPC ਪਾਉਂਦੇ ਅਕਾਲ ਤਖਤ ਸਾਹਿਬ 'ਤੇ, ਉਹ ਸਾਰੇ ਬਲੂ ਸਟਾਰ ਨਾਲ ਸੰਬੰਧਿਤ ਹੈ। ਜਟਾਣਾ ਬਲੂ ਸਟਾਰ ਨਾਲ ਨਹੀਂ ਹੈ। ਇਹ ਨਵਾਂ ਫਿਨਾਮਨਾ ਸੀ। ਇਹ ਜਿਹੜੀ ਸਟਰਗਲ ਹੈ,
ਇਹ ਇਸ ਰੂਪ ਦੇ ਵਿੱਚ ਲਗਾਤਾਰ ਇਹ ਜਿਉਂਦੀ ਰਹੇਗੀ ਮੇਰੇ ਖਿਆਲ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਜੀ। ਥੈਂਕ ਯੂ। ਔਰ ਜਿੱਥੋਂ ਤੱਕ ਗਜਿੰਦਰ ਸਿੰਘ ਹੋਣਾ ਦਾ ਸਵਾਲ ਆ, ਲੰਮੇ ਸਮੇਂ ਬਾਅਦ ਇੱਕ ਤਸਵੀਰ ਵਾਇਰਲ ਹੁੰਦੀ ਆ ਕਿ ਉਹ ਪਾਕਿਸਤਾਨ ਦੇ ਵਿੱਚ ਹੈ, ਤੇ ਪਾਕਿਸਤਾਨ ਨੇ ਕਈ ਵਾਰ ਭਾਰਤ ਸਰਕਾਰ ਨੂੰ ਕਿਹਾ ਕਿ ਉਹ ਸਾਡੇ ਇੱਥੇ ਨਹੀਂ ਰਹਿੰਦੇ, ਪਰ ਇੱਕ ਮੋਸਟ ਵਾਂਟਡ ਲਿਸਟ ਸੀ, ਉਸ ਵਾਂਟਡ ਲਿਸਟ ਪਹਿਲਾਂ ਨਾਮ ਰੱਖਿਆ ਜਾਂਦਾ, ਫਿਰ ਉਹ ਵਾਂਟਡ ਲਿਸਟ ਨਵੀਂ ਆਉਂਦੀ, ਉਹਦੇ 'ਚ ਉਹਨਾਂ ਦਾ ਨਾਮ ਮਨਫੀ ਕਰ ਦਿੱਤਾ ਜਾਂਦਾ। ਪਰ ਹੁਣ ਜਿਸ ਤਰ੍ਹਾਂ ਸ਼ਰਾਰਤਾਂ ਹੋ ਰਹੀਆਂ ਅਰਸ਼ਦੀਪ ਸਿੰਘ ਦੇ ਮਸਲੇ ਨੂੰ ਲੈ ਕੇ ਜਾਂ ਅੰਗਦ ਸਿੰਘ ਹੋਣਾ ਨੂੰ ਵਾਪਸ ਭੇਜਣਾ, ਤੇ ਇਹ ਤੀਜਾ ਐਪੀਸੋਡ ਆ ਜਿਹਦੇ 'ਚ ਗਜਿੰਦਰ ਸਿੰਘ ਹੋਣਾ ਦੀ ਤਸਵੀਰ ਵਾਇਰਲ ਹੋਣੀ। ਸ਼ਰਾਰਤ ਇਹ ਵੀ ਆ, ਦੇਖਦੇ ਹਾਂ ਇਸ 'ਤੇ ਭਾਰਤ ਸਰਕਾਰ ਜਾਂ ਪਾਕਿਸਤਾਨ ਸਰਕਾਰ ਕਿਵੇਂ ਆਪਣਾ ਪ੍ਰਤੀਕਰਮ ਦਿੰਦੀ ਹੈ। ਕੈਮਰਾਮੈਨ ਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਭੁੱਲਰ, ABC ਪੰਜਾਬ, ਚੰਡੀਗੜ੍ਹ।